ਵਾਹਿਗੁਰੂ ਸਾਹਿਬ ਜੀ। ਇਕ ਜਾਚਕ ਮੰਗੈ ਦਾਨ ਦੁਆਰੈ, ਜਾ ਪ੍ਰਭ ਭਾਵੈ ਤਾ ਕਿਰਪਾ ਧਾਰੈ। ਦੇਹੁ ਦਰਸ ਜਿਤ ਮਨ ਤ੍ਰਿਪਤਾਸੈ, ਹਰ ਕੀਰਤਨ ਮਨ ਠਹਿਰਾਇਦਾ। ਇਕ ਜਾਚਕ ਮੰਗੈ ਦਾਨ ਦੁਆਰੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ, ਚਵਰ ਛਤਰ ਤਖਤ ਦੇ ਮਾਲਿਕ, ਐਥੈ ਓਥੈ ਰਖਵਾਲਾ, ਪ੍ਰਭ ਸਤਿਗੁਰ ਦੀਨ ਦਇਆਲਾ। ਦੀਨਾਨਾਥ ਦੀਨਾ ਬੰਧੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਅਪਾਰ ਬਖਸ਼ਿਸ਼ ਕਿਰਪਾ ਹੋ ਰਹੀ ਹੈ, ਜੋ ਲੜੀਵਾਰ ਤੁਰ ਕੀ ਬਾਣੀ ਦੀ ਕਥਾ ਆਰੰਭ ਹੈ, ਉਸ ਦਾ ਸਮਾਂ ਹੋਇਆ ਹੈ। ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਬਚਨ ਹਨ, ਹਰ ਕੀਆ ਕਥਾ ਕਹਾਣੀਆਂ ਗੁਰਮੀਤ ਸੁਣਾਈਆ। ਉਸ ਰੱਬ ਦੇ ਘਰ ਦੀਆਂ ਜਿਹੜੀਆਂ ਗਾਥਾਵਾਂ ਨੇ, ਕਥਾ ਨੇ, ਉਹ ਰੱਬ ਦੇ ਪਿਆਰੇ ਸੁਣਾਉਂਦੇ ਨੇ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ, ਮੈਂ ਐਸੇ ਸਿੱਖਾਂ ਤੋਂ ਬਲਿਹਾਰ ਜਾਂਦਾ ਹਾਂ। ਗੁਰ ਇਤਿਹਾਸ ਦੀ ਕਥਾ ਸੁਣਨੀ, ਬੇਅੰਤ ਜੀਵ ਨੂੰ ਲਾਭ ਮਿਲਦਾ ਹੈ। ਜੀਵਨ ਦੇ ਅੰਦਰ ਮਨੁੱਖ ਦੀ ਤਬਦੀਲੀ ਆ ਜਾਂਦੀ ਹੈ। ਗਰੀਬ ਨਿਵਾਜ਼ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਵੇਂ ਸਾਡੇ 'ਤੇ ਕਿਰਪਾ ਕਰ ਰਹੇ ਨੇ, ਆਓ ਲੜੀਵਾਰ ਕਥਾ ਸਰਵਣ ਕਰੀਏ। ਉਹ ਤੇ ਰੱਬ ਦੇ ਪਿਆਰੇ ਪਰਮਾਤਮਾ ਦੇ ਪਾਸੋਂ ਕੇਵਲ ਨਾਮ ਹੀ ਮੰਗਦੇ ਹਨ। ਜਾ ਪ੍ਰਭ ਭਾਵੈ ਤਾ ਕਿਰਪਾ ਧਾਰੈ। ਜਦੋਂ ਰੱਬ ਦੇ ਪਿਆਰਿਆਂ ਦੀ ਅਰਦਾਸ ਪਰਮਾਤਮਾ ਦੇ ਦਰ 'ਤੇ ਕਬੂਲ ਹੁੰਦੀ ਹੈ, ਫਿਰ ਗਰੀਬ ਨਿਵਾਜ਼ ਕਿਰਪਾ ਕਰਕੇ ਉਹਨਾਂ 'ਤੇ ਹੋਰ ਕਿਰਪਾ ਕਰ ਦਿੰਦੇ ਨੇ, ਉਹਨਾਂ ਨੂੰ ਨਾਮਦਾਨ ਬਖਸ਼ਿਸ਼ ਕਰ ਦਿੰਦੇ ਨੇ, ਸਿਮਰਨ ਦੀ ਦਾਤ ਬਖਸ਼ਿਸ਼ ਕਰ ਦਿੰਦੇ ਨੇ। ਫਿਰ ਉਹਨਾਂ ਦੀ ਐਸੀ ਅਵਸਥਾ ਬਣ ਜਾਂਦੀ ਹੈ, ਊਠਤ ਬੈਠਤ ਸੋਵਤ ਨਾਮ। ਉੱਠਣ ਲੱਗਿਆਂ ਵੀ ਨਾਮ ਨੂੰ ਚੇਤੇ ਕਰਦੇ ਨੇ, ਪਹਿਣ ਲੱਗਿਆਂ ਵੀ ਪਰਮਾਤਮਾ ਦੇ ਨਾਮ ਨੂੰ ਚੇਤੇ ਕਰਦੇ ਨੇ। ਐਸੀ ਅਵਸਥਾ ਬਣ ਜਾਂਦੀ ਹੈ ਕਿ ਉਹਨਾਂ ਦੇ ਰੋਮ ਰੋਮ ਦੇ ਵਿੱਚੋਂ ਪਰਮਾਤਮਾ ਦੇ ਨਾਮ ਦੀ ਆਵਾਜ਼ ਆਉਂਦੀ ਹੈ। ਦੇਹੁ ਦਰਸ ਜਿਤ ਮਨ ਤ੍ਰਿਪਤਾਸੈ। ਉਹਨਾਂ ਦੀ ਇੱਕ ਅਰਦਾਸ ਹੈ, ਮਹਾਰਾਜ ਕਿਰਪਾ ਕਰੋ, ਸਾਨੂੰ ਆਪਣੇ ਸਾਖਿਆਤਕਾਰ ਦਰਸ਼ਨ ਬਖਸ਼ ਦਿਓ, ਜਿਸ ਕਰਕੇ ਸਾਡਾ ਮਨ ਆਪ ਜੀ ਦੇ ਦਰਸ਼ਨ ਕਰਕੇ ਸਾਡਾ ਮਨ ਲਬਾਲਬ ਭਰ ਜਾਵੇ, ਸਾਡੇ ਮਨ ਨੂੰ ਸ਼ਾਂਤੀ ਮਿਲ ਜਾਵੇ। ਸਾਡੇ ਮਨ ਅੰਦਰ ਤਾਂਘ ਹੈ ਤੁਹਾਡੇ ਦਰਸ਼ਨਾਂ ਦੀ। ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਗਰੀਬ ਨਿਵਾਜ਼
ਗੁਰੂ ਕੀ ਨਗਰੀ ਵਿਖੇ ਬਰਾਜ ਰਹੇ ਨੇ। ਦੂਸਰੇ ਪਾਸੇ ਭਾਈ ਸਾਈਂ ਦਾਸ ਡਰੋਲੀ ਦੀ ਧਰਤੀ ਤੇ ਰਹਿ ਰਹੇ ਨੇ। ਸੰਸਾਰਿਕ ਨਾਤਾ ਦੇਖੀਏ, ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਭਾਈ ਸਾਈਂ ਦਾਸ ਸਾਂਢੂ ਲੱਗਦੇ ਨੇ, ਤੇ ਸਾਈਂ ਦਾਸ ਦੀ ਧਰਮ ਪਤਨੀ ਹੈ ਬੀਬੀ ਰਾਮੋ। ਦੋਨਾਂ ਦੇ ਅੰਦਰ ਅਥਾਹ ਪਿਆਰ ਹੈ। ਪਿੰਡ ਡਰੋਲੀ ਵਿਖੇ ਬੜਾ ਸੁੰਦਰ ਘਰ ਬਣਾਇਆ ਹੈ, ਸੋਹਣਾ ਪਲੰਘਾ ਲਾਇਆ ਹੈ, ਪਲੰਘੇ ਤੇ ਵਿਛਾਈ ਕੀਤੀ ਹੈ ਤੇ ਸੁਨੇਹਾ ਭੇਜਿਆ ਹੈ ਸੱਚੇ ਪਾਤਸ਼ਾਹ, ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪਰ ਉਪਕਾਰੀ। ਗੁਰੂ ਹਰਗੋਬਿੰਦ ਮਹਾਰਾਜ ਆਪ ਜੀ ਕਿਰਪਾ ਕਰੋ, ਪਹਿਲਾਂ ਆਪ ਜੀ ਘਰ ਵਿੱਚ ਚਰਨ ਪਾਓ, ਫਿਰ ਅਸੀਂ ਉੱਥੇ ਜਾਵਾਂਗੇ। ਨਿਤ ਅਰਦਾਸਾਂ ਕਰਦੇ ਨੇ, ਜੋਦੜੀਆਂ ਕਰਦੇ ਨੇ। ਤੇ ਦੂਸਰੇ ਪਾਸੋਂ ਇੱਕ ਸਾਧੂ ਆਇਆ ਹੈ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਪਾਸ। ਸੱਚੇ ਪਾਤਸ਼ਾਹ ਨਾਨਕ ਮਤੇ ਜੋ ਯੂਪੀ ਦੇ ਅੰਦਰ ਹੈ, ਇੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਵੀ ਚਰਨ ਪਾਏ ਨੇ। ਸਿੱਧਾਂ ਦੇ ਨਾਲ ਗੋਸ਼ਟ ਵੀ ਹੋਈ, ਚਰਚਾ ਵੀ ਹੋਈ। ਸੱਚੇ ਪਾਤਸ਼ਾਹ ਉੱਥੇ ਇੱਕ ਅਲਮਸਤ ਸਾਧੂ ਹੈ, ਆਪ ਜੀ ਦੇ ਦਰਸ਼ਨਾਂ ਦੀ ਉਡੀਕ ਕਰ ਰਿਹਾ ਹੈ। ਗਰੀਬ ਨਿਵਾਜ ਹੁਣ ਵਿਚਾਰ ਕਰ ਰਹੇ ਨੇ ਕਿ ਇੱਕ ਪਾਸੇ ਯੂਪੀ ਹੈ, ਅਲਮਸਤ ਸਾਧੂ ਦੀ ਇੱਛਾ ਨੂੰ ਪੂਰਨ ਕਰਨਾ ਹੈ। ਦੂਸਰੇ ਪਾਸੇ ਨੇ ਭਾਈ ਸਾਈਂ ਦਾਸ। ਗਰੀਬ ਨਿਵਾਜ ਨੇ ਆਪਣੀ ਮਾਤਾ ਗੰਗਾ ਜੀ, ਆਪਣੇ ਮਹਿਲ ਮਾਤਾ ਦਮੋਦਰੀ ਨੂੰ, ਕੁਝ ਸਿੱਖਾਂ ਨੂੰ ਭਾਈ ਕੀ ਡਰੋਲੀ ਵਿਖੇ ਭੇਜਦੇ ਹਨ। ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਆਪ ਯੂਪੀ ਦੇ ਅੰਦਰ ਨਾਨਕ ਮਤੇ ਪਹੁੰਚਦੇ ਹਨ। ਉਹ ਸਾਧੂ ਨੂੰ ਦਰਸ਼ਨ ਦੇ ਕੇ ਨਿਹਾਲ ਕਰਦੇ ਨੇ, ਉਹਦਾ ਜੀਵਨ ਸਫਲ ਕਰਦੇ ਨੇ। ਕੁਝ ਸਮੇਂ ਬਾਅਦ ਪਿੰਡ ਡਰੋਲੀ ਵਿਖੇ ਭਾਈ ਸਾਈਂ ਦਾਸ ਦੇ ਘਰ ਅੰਦਰ ਆਉਂਦੇ ਨੇ। ਅੱਖਾਂ ਦੇ ਅੰਦਰ ਬੜਾ ਵੈਰਾਗ ਦੇ ਹੰਝੂ ਨੇ, ਪ੍ਰੇਮ ਦੇ ਜਲ ਨੇ। ਗਰੀਬ ਨਿਵਾਜ ਦੇ ਦਰਸ਼ਨ ਕਰ ਰਹੇ ਨੇ। ਪਿਆਰ ਦੇ ਨਾਲ ਪਲੰਘੇ ਤੇ ਬਿਠਾਇਆ ਹੈ। ਦੇਹੋ ਦਰਸ ਚਿਤ ਮਨ ਤ੍ਰਿਪਤਾਸੈ। ਅੱਜ ਭਾਈ ਸਾਈਂ ਦਾਸ ਦਾ ਹਿਰਦਾ ਗੁਰੂ ਦੇ ਦਰਸ਼ਨ ਕਰਕੇ ਤ੍ਰਿਪਤ ਹੋ ਚੁੱਕਾ ਹੈ, ਪਰ ਹਿਰਦੇ ਦੇ ਅੰਦਰ ਅਥਾਹ ਪਿਆਰ ਹੈ। ਇਸੇ ਤਰ੍ਹਾਂ ਜਿਹੜੇ ਜਗਿਆਸੂ ਨੇ, ਮਹਾਤਮਾ ਨੇ, ਉਹ ਗੁਰੂ ਦੇ ਚਰਨਾਂ 'ਚ ਅਰਜ਼ ਕਰਦੇ ਨੇ, ਸੱਚੇ ਪਾਤਸ਼ਾਹ ਕਿਰਪਾ ਕਰੋ, ਆਪ ਜੀ ਦੇ ਦਰਸ਼ਨਾਂ ਦੀ ਪਿਆਸ ਲੱਗੀ ਹੈ। ਦਰਸ਼ਨ ਪਿਆਸੀ ਦਿਨ ਸਰਾਤ, ਚਿਤਵੋ ਅਨਦਿਨ ਨੀਤ। ਖੋਲ ਕਪਟ ਗੁਰ ਮੇਲਿਆ, ਨਾਨਕ ਹਰ ਸੰਗ ਮੀਤ। ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ, ਨਾਮ ਜਪੰਦੜੀ ਲਾਲੀ। ਪੰਦ ਜਲੰਦੜੀ ਮੇਰਾ ਅੰਦਰ ਠੰਡਾ, ਗੁਰ ਦਰਸ਼ਨ ਦੇਖ ਨਿਹਾਲੀ। ਜਗਿਆਸੂ ਕੀ ਬੇਨਤੀ ਕਰਦਾ ਹੈ, ਮਹਾਰਾਜ ਮੈਂ ਤੁਹਾਡੇ ਦਰਸ਼ਨ ਕਰਦਾ ਹਾਂ, ਮੇਰਾ ਹਿਰਦਾ ਸ਼ਾਂਤ ਹੋ ਜਾਂਦਾ ਹੈ, ਮਨ ਵੀ ਸ਼ਾਂਤ ਹੋ ਜਾਂਦਾ ਹੈ, ਹਿਰਦੇ ਨੂੰ ਸ਼ਾਂਤੀ ਮਿਲਦੀ ਹੈ। ਫਿਰ ਭੱਟ ਸਾਹਿਬਾਨ ਤੇ ਇੱਥੋਂ ਤੱਕ ਲਿਖਦੇ ਹਨ
ਕਿ ਗੁਰੂ ਦੇ ਦਰਸ਼ਨ ਕਰਕੇ ਜਨਮ ਅਤੇ ਮਰਨ ਵੀ ਖਤਮ ਹੋ ਜਾਂਦਾ ਹੈ। ਦੇਹੋ ਦਰਸ਼ ਜਿਤ ਮਨ ਤ੍ਰਿਪਤਾਸੈ। ਉਹਨਾਂ ਦੀ ਅਰਦਾਸ ਹੈ ਕਿ ਮਹਾਰਾਜ ਕਿਰਪਾ ਕਰੋ, ਆਪਣੇ ਦਰਸ਼ਨਾਂ ਦੀ ਦਾਤ ਬਖਸ਼ਿਸ਼ ਕਰੋ, ਜਿਸ ਕਰਕੇ ਸਾਡਾ ਮਨ ਜਿਹੜਾ ਹੈ ਤ੍ਰਿਪਤ ਹੋ ਜਾਵੇ। ਹਰ ਕੀਰਤਨ ਮਨ ਠਹਿਰਾਏ ਦਾ। ਫਿਰ ਮਹਾਰਾਜ ਐਸੀ ਕਿਰਪਾ ਕਰਦੇ ਨੇ, ਦਰਸ਼ਨਾਂ ਦੀ ਦਾਤ ਵੀ ਬਖਸ਼ਿਸ਼ ਕਰ ਦਿੰਦੇ ਨੇ ਅਤੇ ਹਰ ਕੀਰਤਨ ਆਪਣੇ ਨਾਮ ਦੀ ਸਿਫਤ ਵੀ ਬਖਸ਼ਿਸ਼ ਕਰਦੇ ਨੇ। ਉਹ ਤੇ ਆਖਦੇ ਨੇ, ਵੱਡੇ ਕੀਆਂ ਵਡਿਆਈਆਂ ਕਿਛ ਕਹਿ ਨਾ ਜਾਏ। ਮਨ ਠਹਿਰਾਏ ਦਾ, ਫਿਰ ਉਹਨਾਂ ਦਾ ਮਨ ਟਿਕ ਜਾਂਦਾ ਹੈ, ਕਦੀ ਸੰਸਾਰ ਵੱਲ ਨਹੀਂ ਦੌੜਦਾ। ਨਹੀਂ ਤੇ ਮਨ ਬੜਾ ਚੰਚਲ ਹੈ। ਕਬਹੂ ਜੀਅੜਾ ਊਬ ਚੜ੍ਹਤ ਹੈ, ਕਬਹੂ ਜਾਏ ਪਿਆਲੇ। ਲੋਭੀ ਜੀੜਾ ਥਿਰ ਨਾ ਰਹਿਤ ਹੈ, ਚਾਰੇ ਕੁੰਟਾਂ ਭਾਲੇ। ਕਦੀ ਤੇ ਆਕਾਸ਼ ਵੱਲ ਦੌੜਦਾ ਹੈ, ਕਦੀ ਧਰਤੀ ਵੱਲ, ਕਦੀ ਸੰਸਾਰ ਦੇ ਪਦਾਰਥਾਂ ਦੇ ਵੱਲ। ਤਾਈਓ ਫਿਰ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਨੇ, ਇਹ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ। ਮਨ ਬੜਾ ਚੰਚਲ ਹੈ, ਬੜਾ ਚਤੁਰ ਬੰਦਾ ਹੈ। ਮਹਾਰਾਜ ਕਹਿੰਦੇ ਸਿਆਣਪ ਦੇ ਨਾਲ ਪਰਮਾਤਮਾ ਦੀ ਪ੍ਰਾਪਤੀ ਹੈ। ਇਸ ਕਰਕੇ ਮਨ ਠਹਿਰਾਏ ਦਾ, ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੋ ਜਾਂਦੀ ਹੈ, ਆਪਣੇ ਨਾਮ ਦੀ ਸਿਫਤ ਬਖਸ਼ਿਸ਼ ਕਰ ਦਿੰਦੇ ਨੇ, ਉਹਨਾਂ ਦਾ ਮਨ ਠਹਿਰਾਏ ਦਾ ਟਿਕ ਜਾਂਦਾ ਹੈ। ਰੂੜੋ ਠਾਕੁਰ ਕਿਤੈ ਵਸ ਨਾ ਆਵੈ। ਠਾਕੁਰ ਤੋਂ ਭਾਵ ਹੈ ਮਾਲਕ, ਰੂੜੋ ਤੋਂ ਭਾਵ ਹੈ ਸੁੰਦਰ। ਉਹ ਬਾਲਕ ਬੜਾ ਸੁੰਦਰ ਹੈ। ਅਤ ਸੁੰਦਰ ਮਨ ਮੋਹਨ ਪਿਆਰੇ। ਅਤੀ ਸੁੰਦਰ ਹੈ, ਮਨ ਨੂੰ ਮੋਹਨ ਵਾਲਾ ਹੈ। ਕਿਤੇ ਵਸ ਨਾ ਆਵੇ, ਉਹਨੂੰ ਵਸ ਕਰਨਾ ਬੜਾ ਔਖਾ ਹੈ। ਨਾ ਤੂੰ ਆਵੇ ਵਸ ਵੇਦ ਪੜਾਵਣੇ, ਨਾ ਤੂੰ ਆਵੇ ਵਸ ਧਰਤੀ ਧਾਈਐ। ਭਾਵੇਂ ਮਨੁੱਖ ਵੇਦਾਂ ਨੂੰ ਪੜ੍ਹ ਲਵੇ, ਧਰਤੀ ਤੇ ਵਿਚਰ ਲਵੇ, ਪਰਮਾਤਮਾ ਵਸ ਨਹੀਂ ਆਉਂਦਾ। ਕਿਵੇਂ ਵਸ ਆਉਂਦਾ ਹੈ? ਤੂੰ ਭਗਤਾਂ ਕੈ ਵਸ, ਭਗਤਾਂ ਤਾਨ ਤੇਰਾ। ਤਾਨ ਤੋਂ ਭਾਵ ਹੈ ਬਲ, ਤਾਨ ਤੋਂ ਭਾਵ ਹੈ ਆਸਰਾ। ਰੱਬ ਦੇ ਪਿਆਰਿਆਂ ਨੂੰ ਉਸ ਮਾਲਕ ਦਾ ਆਸਰਾ ਹੈ। ਇਸ ਕਰਕੇ ਜਿਹੜਾ ਪਰਮਾਤਮਾ ਹੈ ਭਗਤਾਂ ਦੇ ਵਸ ਹੈ। ਮੇਰੀ ਬੰਧੀ ਭਗਤ ਛਡਾਵੇ, ਬੰਧੈ ਭਗਤ ਨ ਛੂਟੈ ਮੋਹੇ। ਗਰੀਬ ਨਿਵਾਜ਼ ਇੰਨੀ ਕਿਰਪਾ ਕਰਦੇ ਨੇ ਕਿ ਸਾਡੇ ਹੁਕਮ ਨੂੰ ਭਗਤ ਜਿਹੜੇ ਨੇ ਮੋੜ ਦਿੰਦੇ ਨੇ, ਪਰ ਭਗਤਾਂ ਦੇ ਹੁਕਮ ਨੂੰ ਅਸੀਂ ਮੋੜ ਨਹੀਂ ਸਕਦੇ। ਇੰਨੀ ਤਾਕਤ ਹੁੰਦੀ ਹੈ ਜਿਨ੍ਹਾਂ ਨੇ ਪਰਮਾਤਮਾ ਦੀ ਸਿਫਤ ਕੀਤੀ ਹੈ, ਪਰਮਾਤਮਾ ਦੀ ਬੰਦਗੀ ਕੀਤੀ ਹੈ। ਗਰੀਬ ਨਿਵਾਜ਼ ਕਹਿੰਦੇ ਪਰਮਾਤਮਾ ਬੜਾ ਸੁੰਦਰ ਹੈ, ਕਿਸੇ ਵੀ ਢੰਗ ਦੇ ਨਾਲ ਉਹ ਵਸ ਨਹੀਂ ਆਉਂਦਾ। ਰੱਬ ਦੇ ਪਿਆਰਿਆਂ ਨੇ ਵਸ ਕੀਤਾ ਹੈ। ਹਰ ਸੋ ਕਿਛ ਕਰੇ, ਜੇ ਹਰ ਕਿਆ ਸੰਤਾ ਭਾਵੈ। ਹਰੀ ਪਰਮਾਤਮਾ ਉਹ ਕੁਝ ਕਰਦਾ ਹੈ ਜੋ ਰੱਬ ਦੇ ਪਿਆਰਿਆਂ ਨੂੰ ਪਾਉਂਦਾ ਹੈ। ਰੱਬ ਦੇ ਪਿਆਰੇ ਕੀ ਕਰਦੇ ਨੇ? ਆਪ ਨਾਮ ਜਪਦੇ ਨੇ, ਹੋਰਾਂ ਨੂੰ ਨਾਮ ਜਪਾਉਂਦੇ ਨੇ। ਚਾਹੇ ਉਹ ਭਗਤ ਬਾਬਾ ਕਬੀਰ ਸਾਹਿਬ ਵੀ ਕਿਉਂ ਨਾ ਹੋਣ। ਦੁਨੀਆ ਦੇ ਲੋਕ ਬਾਬਾ ਕਬੀਰ ਸਾਹਿਬ ਦੀ ਨਿੰਦਿਆ ਕਰਦੇ ਨੇ, ਤੇ ਬਾਬਾ ਕਬੀਰ ਸਾਹਿਬ ਕੀ ਆਖਦੇ ਨੇ? ਨਿੰਦੋ ਲੋਕ ਨਿੰਦੋ, ਨਿੰਦਾ ਜਨ ਕੋ ਖਰੀ ਪਿਆਰੀ। ਨਿੰਦਾ ਬਾਪ ਨਿੰਦਾ ਮਹਿਤਾਰੀ। ਬਸ ਬਾਬਾ ਕਬੀਰ ਸਾਹਿਬ ਦੀ ਬਿਰਤੀ ਰਾਮ ਦੇ ਨਾਮ ਅੰਦਰ ਜੁੜੀ ਹੈ। ਇੱਥੋਂ ਤੱਕ ਕਿ ਬਾਬੇ ਕਬੀਰ ਸਾਹਿਬ ਨੂੰ ਸੰਗਲਾਂ ਦੇ ਨਾਲ ਬੰਨ੍ਹ ਕਰਕੇ ਗੰਗਾ ਦੇ ਵਗਦੇ ਹੋਏ ਤੇਜ਼ ਪਾਣੀ ਦੇ ਅੰਦਰ ਸੁੱਟਿਆ ਗਿਆ ਹੈ। ਪਰ ਬਾਬੇ ਕਬੀਰ ਸਾਹਿਬ ਦੇ ਪਾਸ ਕੀ ਹੈ? ਰਾਮ ਦਾ ਨਾਮ। ਤੇ ਬਾਬਾ ਕਬੀਰ ਸਾਹਿਬ ਪਾਣੀ ਤੇ ਅਡੋਲ ਬੈਠੇ ਨੇ, ਮ੍ਰਿਗਸ਼ਾਲਾ ਵਿਛ ਗਈ ਹੈ।
ਤੇ ਬਾਬਾ ਕਬੀਰ ਸਾਹਿਬ ਕਹਿੰਦੇ, ਗੰਗਾ ਕੀ ਲਹਿਰ ਮੇਰੀ ਟੁੱਟੀ ਜ਼ੰਜੀਰ, ਮ੍ਰਿਗਸ਼ਾਲਾ ਪਰ ਬੈਠੇ ਕਬੀਰ। ਬਾਬਾ ਕਬੀਰ ਸਾਹਿਬ ਮ੍ਰਿਗਸ਼ਾਲਾ ਦੇ ਉੱਪਰ ਬੈਠੇ ਨੇ, ਚੌਂਕੜਾ ਵੱਜਾ ਹੈ, ਸਿਮਰਨ ਕਰ ਰਹੇ ਨੇ। ਬਾਬਾ ਕਬੀਰ ਸਾਹਿਬ ਨੂੰ ਬਾਹਰ ਕੱਢਦੇ ਨੇ, ਦੂਸਰੀ ਸਜ਼ਾ ਦਿੰਦੇ ਨੇ। ਜਿਵੇਂ ਆਪਾਂ ਪੱਠਿਆਂ ਦੀ ਪੰਡ ਬੰਨ੍ਹਦੇ ਹਾਂ, ਬਾਬਾ ਕਬੀਰ ਸਾਹਿਬ ਨੂੰ ਬੰਨ੍ਹ ਕੇ ਮਸਤ ਹਾਥੀ ਦੇ ਅੱਗੇ ਰੱਖਿਆ ਹੈ। ਹਾਥੀ ਇੱਕ ਜਾਨਵਰ ਹੈ, ਪਸ਼ੂ ਹੈ, ਪਰ ਉਸ ਨੇ ਵੀ ਬਾਬਾ ਕਬੀਰ ਸਾਹਿਬ ਨੂੰ ਨਮਸਕਾਰ ਕੀਤੀ ਹੈ। ਕਾਰਨ ਕੀ ਹੈ? ਹਰ ਸੋ ਕਿਛ ਕਰੇ ਪਰਮਾਤਮਾ ਉਹ ਕਰਦਾ ਹੈ, ਜੇ ਹਰ ਕਿਆ ਸੰਤਾਂ ਪਾਵੈ। ਜਿਹੜੇ ਰੱਬ ਦੇ ਪਿਆਰਿਆਂ ਨੂੰ ਚੰਗਾ ਲੱਗਦਾ ਹੈ। ਕੀਤਾ ਲੋੜਨ ਸੋਈ ਕਰਾਇਨ। ਲੋੜਨ ਤੋਂ ਭਾਵ ਹੈ ਚਾਹੁਣਾ। ਰੱਬ ਦੇ ਪਿਆਰੇ ਜੋ ਚਾਹਣ ਪਰਮਾਤਮਾ ਦੇ ਪਾਸੋਂ ਕਰਾਇਨ ਕਰਾ ਲੈਂਦੇ ਹਨ। ਦਰ ਫੇਰ ਨਾ ਕੋਈ ਪਾਏਦਾ। ਕਿਉਂਕਿ ਉਸ ਪਰਮਾਤਮਾ ਦੇ ਦਰਬਾਰ ਤੋਂ ਕੋਈ ਵੀ ਖਾਲੀ ਨਹੀਂ ਮੁੜਦਾ। ਜਾਂ ਇਸ ਤਰ੍ਹਾਂ ਕਹਿ ਲਈਏ, ਦਰ ਫੇਰ ਨਾਮ ਹੈ ਮੁੜਨ ਦਾ, ਦਰ ਨਾਮ ਹੈ ਦਰਬਾਰ ਦਾ। ਰੱਬ ਦੇ ਪਿਆਰਿਆਂ ਦੀ ਅਰਜ਼ ਨੂੰ ਕੋਈ ਮੋੜ ਨਹੀਂ ਸਕਦਾ, ਪਰਮਾਤਮਾ ਵੀ ਨਹੀਂ ਮੋੜ ਸਕਦਾ। ਜਿਹੜੇ ਅਸਲ ਰੱਬ ਦੇ ਪਿਆਰੇ ਨੇ, ਬੰਦਗੀ ਕਰਨ ਵਾਲੇ ਨੇ, ਜਿਨ੍ਹਾਂ ਨੇ ਸਭ ਕੁਝ ਪਰਮਾਤਮਾ ਦੇ ਚਰਨਾਂ 'ਤੇ ਅਰਪਣ ਕਰ ਦਿੱਤਾ ਹੈ। ਜਿੱਥੈ ਆ ਘਟ ਆਏ ਬਨਤ ਹੈ ਪ੍ਰਾਣੀ। ਮਹਾਰਾਜ ਕਹਿੰਦੇ, ਜਿੱਥੇ ਜਿਸ ਜਗ੍ਹਾ 'ਤੇ, ਭਾਵੇਂ ਉਹ ਮਾਤਲੋਕ ਦੀ ਧਰਤੀ ਹੈ, ਚਾਹੇ ਘਰ ਹੈ, ਚਾਹੇ ਬਾਹਰ ਹੈ, ਔਕਟ ਨਾਮ ਹੈ ਮੁਸ਼ਕਲ ਦਾ, ਔਕਟ ਨਾਮ ਹੈ ਦੁੱਖ ਦਾ। ਆਏ ਬਣਤ ਹੈ ਪ੍ਰਾਣੀ, ਪ੍ਰਾਣੀ ਤੋਂ ਭਾਵ ਹੈ ਮਨੁੱਖ। ਜਦੋਂ ਵੀ ਮਨੁੱਖ ਤੇ ਦੁੱਖ ਦਾ ਸਮਾਂ ਆ ਜਾਵੇ, ਕਿਉਂਕਿ ਇਸ ਸਰੀਰ ਤੇ ਪਰਮਾਤਮਾ ਨੇ ਦੋ ਚੋਲੇ ਪਾਏ ਨੇ, ਇੱਕ ਹੈ ਦੁੱਖ ਦਾ ਤੇ ਇੱਕ ਹੈ ਸੁੱਖ ਦਾ। ਰੱਬ ਦੇ ਪਿਆਰਿਆਂ ਤੇ ਬੜਾ ਦੁੱਖ ਆਉਂਦਾ ਹੈ। ਉਹ ਦੁੱਖ ਆਇਆ ਭਗਤ ਰਵਿਦਾਸ ਤੇ। ਅੱਤ ਦੀ ਗਰੀਬੀ ਹੈ, ਪਰਮਾਤਮਾ ਨੇ ਪਰਖ ਵੀ ਲਈ ਹੈ, ਪਰ ਉਸ ਪਰਖ ਦੇ ਵਿੱਚੋਂ ਡੋਲੇ ਨਹੀਂ। ਗਰੀਬ ਨਿਵਾਜ ਕਹਿੰਦੇ, ਜਦੋਂ ਵੀ ਮਨੁੱਖ ਤੇ ਦੁੱਖ ਆ ਜਾਵੇ, ਉਦੋਂ ਫਿਰ ਕੀ ਕਰਨਾ ਹੈ? ਅੱਗੇ ਕਿਰਪਾ ਕਰਦੇ ਹਨ। ਤਿੱਥੈ ਹਰ ਧਿਆਈਐ ਸਾਰੰਗ ਪਾਣੀ। ਗਰੀਬ ਨਿਵਾਜ ਕਹਿੰਦੇ, ਫਿਰ ਉੱਥੇ ਸਾਰੰਗ ਪਾਣੀ ਤੋਂ ਭਾਵ ਹੈ ਪਰਮਾਤਮਾ। ਤੂੰ ਪਰਮਾਤਮਾ ਦੇ ਨਾਮ ਨੂੰ ਧਿਆਈ। ਤਿੱਥੈ ਤੂੰ ਸਮਰੱਥ ਜਿੱਥੈ ਕੋਈ ਨਾਹੀ। ਉਹ ਪਰਮਾਤਮਾ ਦੀ ਪਹੁੰਚ ਉੱਥੋਂ ਤੱਕ ਹੈ ਜਿੱਥੇ ਕਿਸੇ ਦੀ ਪਹੁੰਚ ਨਹੀਂ। ਬਾਬਾ ਬਿਧੀ ਚੰਦ ਪੱਟੀ ਤੋਂ ਦੁਸ਼ਾਲੇ ਲੈ ਕੇ ਆਉਂਦਾ ਹੈ, ਭੱਠ ਦੇ ਅੰਦਰ ਬੈਠ ਜਾਂਦਾ ਹੈ ਤੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੂੰ ਯਾਦ ਕਰਦਾ ਹੈ। ਤੇ ਗਰੀਬ ਨਿਵਾਜ ਨੇ ਭਾਈ ਬਿਧੀ ਚੰਦ ਨੂੰ ਸੇਕ ਨਹੀਂ ਲੱਗਣ ਦਿੱਤਾ। ਕਾਰਨ ਕੀ ਹੈ? ਉਹਦਾ ਸੁਭਾਅ ਹੈ, ਆਪਣੇ ਤੇ ਪਾਣੀ ਪਵਾਈ ਗਏ ਨੇ, ਪਰ ਆਪਣੇ ਸਿੱਖ ਤੇ ਆਪਣੇ ਪਿਆਰੇ ਦਾ ਰੋਮ ਵੀ ਨਹੀਂ ਵਿੰਗਾ ਹੋਣ ਦਿੱਤਾ। ਗਰੀਬ ਨਿਵਾਜ ਕਹਿੰਦੇ, ਤਿੱਥੈ ਹਰ ਧਿਆਈਐ ਸਾਰੰਗ ਪਾਣੀ। ਜਦੋਂ ਵੀ ਦੁੱਖ ਆ ਜਾਵੇ, ਵੈਸੇ ਤੇ ਰੱਬ ਦੇ ਪਿਆਰੇ ਨੇ ਸੁੱਖ ਦੇ ਵਿੱਚ ਵੀ ਪਰਮਾਤਮਾ ਨੂੰ ਯਾਦ ਕਰਨਾ ਹੈ, ਦੁੱਖ ਦੇ ਵਿੱਚ ਵੀ ਪਰਮਾਤਮਾ ਨੂੰ ਯਾਦ ਕਰਨਾ ਹੈ। ਅੱਠੇ ਪਹਿਰ ਹੀ ਉਸ ਪਰਮਾਤਮਾ ਦਾ ਸਿਮਰਨ ਕਰਨਾ ਹੈ ਤੇ ਬੇਨਤੀ ਕਰਨੀ ਹੈ, ਪਰਮਾਤਮਾ ਤੂੰ ਮੇਰੇ ਤੇ ਐਸੀ ਕਿਰਪਾ ਕਰ ਦੇ, ਆਠ ਪਹਿਰ ਨਿਕਟ ਕਰ ਜਾਣੈ, ਪ੍ਰਭ ਕਾ ਕੀਆ ਮੀਠਾ ਮਾਨੈ। ਮੈਂ ਤੈਨੂੰ ਅੱਠੇ ਪਹਿਰ ਆਪਣੇ ਅੰਗ ਸੰਗ ਤੱਕਾਂ, ਤੇਰਾ ਮੈਂ ਅਭਿਆਸ ਕਰਾਂ,
ਐਸੀ ਮੇਰੇ ਤੇ ਕਿਰਪਾ ਕਰ ਦਿਓ। ਜਿੱਥੈ ਪੁੱਤਰ ਕਲਤਰ ਨਾ ਬੇਲੀ ਕੋਈ। ਜਿਸ ਜਗ੍ਹਾ ਤੇ ਕਿਸੇ ਪੁੱਤਰ ਨੇ ਸਹਾਇਕ ਨਹੀਂ ਬਣਨਾ, ਜਿਸ ਜਗ੍ਹਾ ਤੇ ਘਰਵਾਲੀ ਨੇ ਸਹਾਇਕ ਨਹੀਂ ਬਣਨਾ, ਕਿਉਂਕਿ ਸੰਸਾਰ ਦੀ ਜਿਹੜੀ ਪ੍ਰੀਤੀ ਇਹ ਝੂਠੀ ਹੈ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਬਚਨ ਹਨ, ਜਗਤ ਮੈਂ ਝੂਠੀ ਦੇਖੀ ਪ੍ਰੀਤ। ਇਸ ਸੰਸਾਰ ਦਾ ਨੇ, ਚਾਹੇ ਪੁੱਤਰਾਂ ਦਾ ਹੈ, ਚਾਹੇ ਘਰਵਾਲੀ ਦਾ ਹੈ, ਚਾਹੇ ਸੰਸਾਰ ਦੇ ਸੰਬੰਧੀਆਂ ਦਾ ਹੈ, ਇਹ ਝੂਠਾ ਹੈ। ਫਿਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਬਚਨ ਹਨ, ਪ੍ਰੀਤਮ ਜਾਨ ਲਿਹੋ ਮਨ ਮਾਹੀ, ਆਪਣੇ ਹੀ ਸੁਖ ਸਿਉ ਸਭ ਲਾਗੇ, ਕੋ ਕਾਹੂ ਕੋ ਨਾਹੀ। ਗਰੀਬ ਨਿਵਾਜ ਕਹਿੰਦੇ, ਦੁਨੀਆ ਦੇ ਲੋਕ ਭਾਵੇਂ ਤੇਰੇ ਮਿੱਤਰ ਨੇ, ਤੇਰੇ ਸਾਥੀ ਨੇ, ਘਰਵਾਰ ਧੀਆਂ ਪੁੱਤਰ ਨੇ, ਇਹ ਸਾਰੇ ਸੁਖ ਦੇ ਵਿੱਚ ਆਣ ਕੇ ਤੇਰੇ ਪਾਸ ਬੈਠਦੇ ਨੇ। ਸੁਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਹੂੰ ਦਿਸ ਘੇਰੈ, ਬਿਪਤ ਪਰੀ ਸਭ ਹੀ ਸੰਗ ਛਾੜਤ, ਕੋ ਨਾ ਆਵਤ ਨੇਰੈ। ਮਨੁੱਖ ਤੇ ਦੁੱਖ ਆ ਗਿਆ ਹੈ, ਗਰੀਬੀ ਆ ਗਈ ਹੈ। ਅੱਜ ਸਾਰੇ ਮਿੱਤਰ ਸਾਥ ਛੱਡ ਗਏ ਨੇ, ਇੱਥੋਂ ਤੱਕ ਹੀ ਸਕੇ ਭਰਾ ਵੀ ਸਾਥ ਛੱਡ ਦਿੰਦੇ ਨੇ, ਪੁੱਤਰ ਵੀ ਸਾਥ ਛੱਡ ਦਿੰਦੇ ਨੇ। ਪਰ ਜਦੋਂ ਮੌਤ ਹੁੰਦੀ ਹੈ, ਘਰ ਕੀ ਨਾਰ ਬਹੁਤ ਹਿਤ ਜਾਸਿਓ, ਸਦਾ ਰਹਿਤ ਸੰਗ ਲਾਗੀ, ਜਬ ਹੀ ਹੰਸ ਤਜੀ ਇਹ ਕਾਇਆ, ਪ੍ਰੇਤ ਪ੍ਰੇਤ ਕਰ ਪਾਗੀ। ਇਹ ਵਿਦ ਕੋ ਵਿਵਹਾਰ ਬਨਿਓ ਹੈ, ਜਾਸਿਓ ਨਿਹੋ ਲਗਾਇਓ, ਅੰਤ ਬਾਰ ਬਿਨ ਹਰ ਜੀ, ਕੋ ਕਾਮ ਨਾ ਆਇਓ। ਗਰੀਬ ਨਿਵਾਜ ਕਹਿੰਦੇ, ਸੰਸਾਰ ਦੀ ਕੰਡੀਸ਼ਨ ਹੈ, ਸੰਸਾਰ ਦੀ ਹਾਲਾਤ ਹੈ, ਮਾਲਕ ਦੇ ਨਾਮ ਤੋਂ ਬਿਨਾਂ ਜੀਵ ਦਾ ਕੋਈ ਸਹਾਇਕ ਨਹੀਂ। ਇਸ ਕਰਕੇ ਜੀਵ ਨੂੰ ਚਾਹੀਦਾ ਹੈ ਕਿ ਮੈਂ ਸੰਸਾਰ ਤੇ ਕੀ ਲੈਣ ਆਇਆ ਹਾਂ। ਆਇਓ ਪੜਨ ਸੁਨਨ ਕਉ ਬਾਣੀ, ਨਾਮ ਵਿਸਾਰ ਲੱਗਹਿ ਅਨ ਲਾਲਚ, ਬਿਰਥਾ ਜਨਮ ਪ੍ਰਾਣੀ। ਪਰ ਇਸ ਨੇ ਨਾਮ ਨੂੰ ਵੀ ਛੱਡ ਦਿੱਤਾ ਹੈ, ਬਾਣੀ ਨੂੰ ਛੱਡ ਦਿੱਤਾ ਹੈ, ਗੁਰੂ ਦੇ ਦਰ ਨੂੰ ਵੀ ਛੱਡ ਦਿੱਤਾ ਹੈ। ਇਹ ਤੇ ਸੰਸਾਰ ਦੇ ਰਸਾਂ ਦੇ ਅੰਦਰ, ਸੰਸਾਰ ਦੇ ਪਦਾਰਥਾਂ ਦੇ ਅੰਦਰ ਲੱਗਾ ਪਿਆ ਹੈ। ਜਿੱਥੈ ਪੁੱਤਰ ਕਲਤਰ ਨਾ ਬੇਲੀ ਕੋਈ। ਗਰੀਬ ਨਿਵਾਜ ਕਹਿੰਦੇ, ਜਿਸ ਜਗ੍ਹਾ ਤੇ ਕਿਸੇ ਪੁੱਤਰ ਨੇ ਸਹਾਇਕ ਨਹੀਂ ਹੋਣਾ, ਤੇਰੀ ਘਰਵਾਲੀ ਨੇ ਸਹਾਇਕ ਨਹੀਂ ਹੋਣਾ, ਤੇਰੇ ਮਿੱਤਰਾਂ ਨੇ ਸਹਾਇਕ ਨਹੀਂ ਹੋਣਾ, ਤਿੱਥੈ ਹਰ ਆਪ ਛਡਾਇਆ। ਫਿਰ ਉਸ ਜਗ੍ਹਾ ਤੇ ਪਰਮਾਤਮਾ ਆਪ ਕਿਰਪਾ ਕਰਕੇ ਛਡਾਉਂਦਾ ਹੈ। ਐਸੀ ਤਾਕਤ ਉਸ ਮਾਲਕ ਦੇ ਅੰਦਰ ਹੈ। ਇਸ ਕਰਕੇ ਭਗਤ ਤਲੋਚਨ ਜੀ ਤੋਂ ਪੁੱਛੀਏ ਕਿ ਭਗਤ ਸਾਹਿਬਾਨ ਜੀ, ਜਿਹੜੇ ਜੀਵ ਪਰਮਾਤਮਾ ਦੇ ਨਾਮ ਨੂੰ ਜਪਦੇ ਨੇ, ਉਹਨਾਂ ਨੂੰ ਕੀ ਮਿਲਦਾ ਹੈ? ਭਗਤ ਸਾਹਿਬਾਨ ਦੇ ਬਚਨ ਨੇ, ਅੰਤ ਕਾਲ ਨਾਰਾਇਣ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਬਦਤ ਤਿਲੋਚਨ ਤੇ ਨਰ ਮੁਕਤਾ, ਪੀਤੰਬਰ ਵਾਕੇ ਹਿਰਦੈ ਵਸੈ। ਭਗਤ ਸਾਹਿਬਾਨ ਕਹਿੰਦੇ, ਇਸ ਗੱਲ ਅੰਦਰ ਕੋਈ ਸ਼ੱਕ ਨਹੀਂ, ਜਿਹੜਾ ਮਨੁੱਖ ਅੰਤਲੇ ਵੇਲੇ ਵੀ ਪਰਮਾਤਮਾ ਦੇ ਨਾਮ ਦਾ ਅਭਿਆਸ ਕਰਦਾ ਹੈ, ਸਿਮਰਨ ਕਰਦਾ ਹੈ, ਉਸ ਦੇ ਹਿਰਦੇ ਅੰਦਰ ਪਰਮਾਤਮਾ ਦਾ ਆਪ ਨਿਵਾਸ ਹੋ ਜਾਂਦਾ ਹੈ। ਉਹਦੀ ਮੁਕਤੀ ਹੈ, ਉਹਦੀ ਕਲਿਆਣ ਹੈ, ਇਸ ਗੱਲ ਵਿੱਚ ਕੋਈ ਸ਼ੱਕ ਨਹੀਂ। ਗਰੀਬ ਨਿਵਾਜ ਕਿਰਪਾ ਕਰਦੇ ਨੇ, ਤਿੱਥੈ ਹਰ ਆਪ ਛਡਾਏਦਾ। ਬੰਦਗੀ ਕਰਨ ਵਾਲਿਆਂ ਨੂੰ ਗਰੀਬ ਨਿਵਾਜ ਫਿਰ ਆਪ ਛਡਾਉਂਦੇ ਹਨ। ਭਗਤ ਨਾਮਦੇਵ ਦੇ ਵਕਤ ਦਿੱਲੀ ਦੇ ਤਖਤ ਦਾ ਬਾਦਸ਼ਾਹ ਹੋਇਆ ਮੁਹੰਮਦ ਬਿਨ ਤੁਗਲ। ਇਸਲਾਮ ਦਾ ਬਹੁਤ ਵੱਡਾ ਪ੍ਰਚਾਰ ਕਰਦਾ ਹੈ।
ਪਰ ਹਿੰਦੂਆਂ ਦਾ ਬੜਾ ਵਿਰੋਧ ਕਰਦਾ ਹੈ। ਭਗਤ ਨਾਮਦੇਵ ਦੇ ਗੁਰੂ ਨੇ ਗਿਆਨਦੇਵ ਸੰਤ ਮੰਡਲੀ ਹੈ। ਤੀਰਥਾਂ ਤੇ ਯਾਤਰਾ ਕਰਦੀ ਹੋਈ ਦਿੱਲੀ ਵਿਖੇ ਪਹੁੰਚਦੇ ਹਨ। ਬੜਿਆਂ ਨੇ ਜਾ ਕੇ ਬਾਦਸ਼ਾਹ ਮੁਹੰਮਦ ਬਿਨ ਤੁਗਲ ਦੇ ਪਾਸ ਭਗਤ ਨਾਮਦੇਵ ਦੀ ਸਿਫਤ ਕੀਤੀ ਹੈ। ਭਗਤ ਨਾਮਦੇਵ ਨੂੰ ਬਾਦਸ਼ਾਹ ਨੇ ਕੋਲ ਸੱਦਿਆ ਹੈ। ਮੈਂ ਤੇਰੀ ਬੜੀ ਸਿਫਤ ਸੁਣੀ ਹੈ, ਮੈਨੂੰ ਕੋਈ ਕਰਾਮਾਤ ਵਿਖਾ। ਭਗਤ ਨਾਮਦੇਵ ਕਹਿਣ ਲੱਗੇ, ਬਾਦਸ਼ਾਹ ਮੇਰੇ ਵਿੱਚ ਕੋਈ ਸ਼ਕਤੀ ਨਹੀਂ। ਸਾਰੇ ਪਾਸੇ ਸ਼ੋਕ ਦੀ ਲਹਿਰ ਹੈ ਕਿ ਬਾਦਸ਼ਾਹ ਬੜਾ ਕੱਟੜ ਹੈ। ਬਾਦਸ਼ਾਹ ਨੇ ਇੱਕ ਸ਼ਰਤ ਰੱਖੀ ਹੈ। ਭਗਤ ਨਾਮਦੇਵ ਦੇ ਅੱਗੇ ਇੱਕ ਮਰੀ ਹੋਈ ਗਾਂ ਹੈ। ਬਾਦਸ਼ਾਹ ਕਹਿਣ ਲੱਗਾ, ਭਗਤ ਜੀ ਤੁਹਾਡੇ ਪਾਸ 8 ਘੜੀਆਂ ਦਾ ਸਮਾਂ ਹੈ। ਜੇ ਤੇ ਗਾਂ ਜਿਉਂਦੀ ਹੋ ਗਈ ਤੈਨੂੰ ਕੁਛ ਨਹੀਂ ਕਵਾਂਗਾ, ਜੇ ਜਿਉਂਦੀ ਨਾ ਹੋਈ ਤੇ ਤੇਰੀ ਮੌਤ। ਭਗਤ ਨਾਮਦੇਵ ਨੂੰ ਕੈਦ ਵਿੱਚ ਰੱਖ ਦਿੱਤਾ ਗਿਆ ਹੈ। ਇੱਕ ਪਾਸੇ ਮਰੀ ਹੋਈ ਗਊ ਪਈ ਹੈ, ਗਾਂ ਪਈ ਹੈ। 7 ਘੜੀ ਜਬ ਬੀਤੀ ਸੁਣੀ, ਅਜੂ ਨਾ ਆਇਓ ਤੇਰੇ ਪਵਨ ਧਨੀ। 7 ਘੜੀਆਂ ਲੰਘ ਚੁੱਕੀਆਂ ਨੇ। ਦੂਸਰੇ ਪਾਸੇ ਜਿਹੜਾ ਬਾਦਸ਼ਾਹ ਮੁਹੰਮਦ ਬਿਨ ਤੁਗਲ ਹੈ, ਆਪਣੀ ਸਿਜਾ ਤੇ ਪਿਆ ਹੈ, ਬੜੀ ਪੀੜਾ ਹੋ ਰਹੀ ਹੈ। ਸ਼ਾਹੀ ਹਕੀਮ ਆਏ ਨੇ, ਪਰ ਕਿਸੇ ਦੀ ਕੋਈ ਸਮਝ ਨਹੀਂ ਆ ਰਹੀ। ਇੱਕ ਬੰਦਕੀ ਵਾਲਾ ਮੁਸਲਮਾਨ ਹਕੀਮ ਆਉਂਦਾ ਹੈ, ਕਹਿਣ ਲੱਗੇ, ਬਾਦਸ਼ਾਹ ਤੈਨੂੰ ਕੋਈ ਰੋਗ ਨਹੀਂ, ਤੂੰ ਬੰਦਕੀ ਕਰਨ ਵਾਲੇ ਨੂੰ ਆਪਣੀ ਕੈਦ ਅੰਦਰ ਰੱਖਿਆ ਹੈ, ਉਸ ਨੂੰ ਛੱਡ ਦੇ। ਦੂਸਰੇ ਪਾਸੇ 8ਵੀਂ ਘੜੀ ਸ਼ੁਰੂ ਹੁੰਦੀ ਹੈ। ਪਰਮਾਤਮਾ ਨੇ ਐਸੀ ਕਿਰਪਾ ਕੀਤੀ ਹੈ, ਮਰੀ ਹੋਈ ਗਾਂ ਵੀ ਜਿਉਂਦੀ ਕਰ ਦਿੱਤੀ ਹੈ। ਆਪਣੇ ਪਿਆਰੇ ਦੀ ਰੱਖਿਆ ਕੀਤੀ ਹੈ। ਕਾਰਨ ਕੀ ਹੈ? ਤਿੱਥੈ ਹਰ ਆਪ ਛਡਾਏ ਦਾ। ਆਪਣੇ ਪਿਆਰਿਆਂ ਨੂੰ ਹਰੀ ਆਪ ਆਣ ਕੇ ਛਡਾਉਂਦਾ ਹੈ, ਚਾਹੇ ਉਹ ਭਗਤ ਪ੍ਰਹਿਲਾਦ ਵੀ ਕਿਉਂ ਨਾ ਹੋਵੇ। ਭਾਈ ਸਾਹਿਬ ਭਾਈ ਗੁਰਦਾਸ ਨੂੰ ਪੜ੍ਹੋ। ਭਾਈ ਗੁਰਦਾਸ ਕਹਿੰਦੇ, ਭਗਤ ਪ੍ਰਹਿਲਾਦ ਨੂੰ ਪਾਣੀ ਦੇ ਅੰਦਰ ਸੁੱਟਿਆ ਗਿਆ ਹੈ, ਅੱਗ ਦੇ ਅੰਦਰ ਰੱਖਿਆ ਗਿਆ ਹੈ। ਜਲ ਅਗਨੀ ਵਿੱਚ ਘਤਿਆ, ਜਲ ਨਾ ਡੁੱਬੈ ਗੁਰ ਪ੍ਰਸਾਦ। ਪਰ ਭਗਤ ਸਹਿਬਾਨ ਤੇ ਗੁਰੂ ਦੀ ਕਿਰਪਾ ਹੈ, ਗੁਰੂ ਦੀ ਬਖਸ਼ਿਸ਼ ਹੈ। ਪਾਣੀ ਡੋਬ ਨਹੀਂ ਸਕਿਆ, ਅੱਗ ਸਾੜ ਨਹੀਂ ਸਕੀ। ਵੱਡਾ ਸਾਹਿਬ ਅਗਮ ਅਥਾਹ। ਵੱਡੇ ਤੋਂ ਭਾਵ ਹੈ ਉਹ ਪਰਮਾਤਮਾ ਬਹੁਤ ਵੱਡਾ ਹੈ। ਸਾਹਿਬ ਸਾਰਿਆਂ ਦਾ ਮਾਲਕ ਹੈ। ਅਗਮ ਅਥਾਹ, ਮਨ ਕਰਕੇ ਅਗਮ ਹੈ, ਅਥਾਹ ਬੇਅੰਤ ਹੈ। ਐਸਾ ਜਿਹੜਾ ਪਰਮਾਤਮਾ ਹੈ। ਕਿਉ ਮਿਲੀਐ ਪ੍ਰਭ ਬੇਪਰਵਾਹ। ਫਿਰ ਉਹ ਪ੍ਰਭੂ ਬੜਾ ਬੇਪਰਵਾਹ ਹੈ, ਉਹਨੂੰ ਕਿਸੇ ਦੀ ਮੁਤਾਜ਼ਗੀ ਨਹੀਂ, ਉਹਨੂੰ ਕਿਸੇ ਦੀ ਅਧੀਨਗੀ ਨਹੀਂ। ਕਿਉਂ ਮਿਲੀ ਹੈ? ਜਿਗਿਆਸੂ ਬੇਨਤੀ ਕਰਦਾ, ਮੈਂ ਐਸੇ ਪਰਮਾਤਮਾ ਨੂੰ ਕਿਹੜੇ ਢੰਗ ਨਾਲ ਮਿਲਾਂ, ਉਹਨੂੰ ਕਿਵੇਂ ਮਿਲਾਂ? ਕਾਟ ਸਿਲਕ ਜਿਸ ਮਾਰਗ ਪਾਏ। ਕਹਿੰਦੇ ਜਿਨ੍ਹਾਂ ਜੀਵਾਂ ਦੀ, ਜਿਨ੍ਹਾਂ ਜਿਗਿਆਸੂਆਂ ਦੀ, ਸਿਲਕ ਤੋਂ ਭਾਵ ਹੈ ਫਾਹੀ। ਜਮਾ ਰੂਪੀ ਫਾਹੀ, ਹੰਕਾਰ ਰੂਪੀ ਫਾਹੀ, ਕਾਟ ਜਿਨ੍ਹਾਂ ਦੀ ਕੱਟ ਸੁੱਟੀ ਹੈ। ਜਿਸ ਮਾਰਗ ਪਾਏ, ਜਿਨ੍ਹਾਂ ਨੂੰ ਆਪਣੇ ਮਾਰਗ ਤੇ ਪਾਉਂਦਾ ਹੈ, ਬੰਦਗੀ ਦੇ ਮਾਰਗ ਤੇ ਪਾਉਂਦਾ ਹੈ, ਸੰਗਤ ਦੇ ਮਾਰਗ ਤੇ ਪਾਉਂਦਾ ਹੈ, ਜਿਨ੍ਹਾਂ ਨੂੰ ਫਿਰ ਆਪਣੇ ਮਾਰਗ ਤੇ ਪਾ ਦਿੰਦਾ ਹੈ। ਸੋ ਵਿੱਚ ਸੰਗਤ ਵਾਸਾ ਪਾਏ ਦਾ। ਫਿਰ ਉਸ ਜਗਿਆਸੂ ਦਾ ਨਿਵਾਸ ਗੁਰੂ ਕੀ ਸੰਗਤ ਅੰਦਰ ਹੋ ਜਾਂਦਾ ਹੈ। ਉਹ ਫਿਰ ਕੀ ਆਖਦਾ ਹੈ?
ਵਿੱਚ ਸੰਗਤ ਹਰ ਪ੍ਰਭ, ਕਿ ਉਸ ਹਰੀ ਪ੍ਰਭੂ ਦਾ ਸੰਗਤ ਵਿੱਚ ਨਿਵਾਸ ਹੈ। ਹੁਕਮ ਬੁਝੈ ਸੋ ਸੇਵਕ ਕਹੀਐ। ਫਿਰ ਗਰੀਬ ਨਿਵਾਜ ਕਹਿੰਦੇ ਸੇਵਕ ਕਿਹੋ ਜਿਹਾ ਹੋਣਾ ਚਾਹੀਦਾ ਹੈ, ਸਿੱਖ ਕਿਹੋ ਜਿਹਾ ਹੋਣਾ ਚਾਹੀਦਾ ਹੈ। ਮਹਾਰਾਜ ਕਹਿੰਦੇ ਹੁਕਮ ਬੁਝੈ, ਜਿਹੜਾ ਜੀਵ ਮਾਲਕ ਦੇ ਹੁਕਮ ਨੂੰ ਸਮਝਦਾ ਹੈ। ਹੁਕਮ ਬੁਝੈ ਸੋ ਹੋਵੈ ਪ੍ਰਵਾਨ, ਸੋ ਤਨਵੰਤਾ ਸੋ ਪਤਵੰਤਾ, ਹੁਕਮ ਲੱਗੈ ਜਿਸ ਮਿੱਠਾ ਜੀਓ। ਉਹੀ ਧਨਾੜ ਹੈ, ਉਹੀ ਬਾਦਸ਼ਾਹ ਹੈ ਜਿਸ ਨੇ ਪਰਮਾਤਮਾ ਦੀ ਰਜ਼ਾ ਨੂੰ, ਹੁਕਮ ਨੂੰ ਸਤ ਕਰਕੇ ਮੰਨਿਆ ਹੈ। ਸੋ ਸੇਵਕ ਕਹੀਐ, ਉਸ ਨੂੰ ਅਸਲ ਸੇਵਕ ਕਿਹਾ ਜਾਂਦਾ ਹੈ। ਬੁਰਾ ਭਲਾ ਦੋਏ ਸਮਸਰ ਸਹੀਐ। ਰੱਬ ਦੇ ਪਿਆਰੇ ਤੇ ਦੁੱਖ ਵੀ ਆ ਜਾਵੇ, ਸੁੱਖ ਵੀ ਆ ਜਾਵੇ, ਉਹਦੀ ਬਿਰਤੀ ਸਮਾਨ ਹੈ। ਬੁਰਾ ਭਲਾ, ਰੱਬ ਦੇ ਪਿਆਰੇ ਨੂੰ ਕੋਈ ਅਪ ਲਫ਼ਜ਼ ਵੀ ਬੋਲ ਜਾਵੇ, ਉਹਦੀ ਸਿਫਤ ਵੀ ਕਰ ਜਾਵੇ, ਉਹ ਤਾਂ ਵੀ ਨਹੀਂ ਬੋਲਦਾ। ਇੱਕ ਵਿਦਵਾਨ ਦੇ ਬੜੇ ਸੁੰਦਰ ਬੋਲ ਨੇ। ਕੋਈ ਜਗਿਆਸੂ ਜਾ ਰਿਹਾ ਹੈ, ਉਸਨੇ ਕੀ ਵੇਖਿਆ ਹੈ? ਇੱਕ ਮਹਾਤਮਾ ਬੈਠਾ ਹੈ, ਨੇਤਰ ਬੰਦ ਨੇ। ਇੱਕ ਬਾਦਸ਼ਾਹ ਆਉਂਦਾ ਹੈ, ਦੁਸ਼ਾਲਾ ਰੱਖਦਾ, ਕੁਝ ਮਾਇਆ ਰੱਖਦਾ, ਚਲੇ ਜਾਂਦਾ ਹੈ। ਇੱਕ ਰਾਹੀ ਆਉਂਦਾ ਹੈ, ਦੁਸ਼ਾਲਾ ਵੀ ਚੁੱਕਦਾ ਹੈ, ਮਾਇਆ ਵੀ ਚੁੱਕਦਾ ਹੈ। ਪਰ ਮਹਾਤਮਾ ਨੇ ਨਾ ਬਾਦਸ਼ਾਹ ਨੂੰ ਕੁਝ ਕਿਹਾ ਹੈ, ਨਾ ਚੱਕਣ ਵਾਲੇ ਨੂੰ ਕੁਝ ਕਿਹਾ ਹੈ। ਉੱਥੇ ਫਿਰ ਵਿਦਵਾਨ ਲਿਖਦੇ ਨੇ, ਆਵਤ ਕੋ ਹਰਖ ਨਹੀਂ ਗਏ ਕੋ ਸੋਗ ਨਹੀਂ, ਕੈਸੇ ਨਿਰਦਵਿੰਦ ਪਏ ਸਮਝਨੇ ਕੀ ਬਾਤ ਹੈ। ਦੇਹ ਨੇਹ ਨੀਰੈ ਨਹੀਂ, ਲక్ష్ਮੀ ਕੋ ਹੇਰੈ ਨਹੀਂ, ਮਨ ਕਾਹੂ ਫੇਰੈ ਨਹੀਂ, ਪਾਹਨ ਸਮਗਾਤ ਹੈ। ਐਸੋ ਜਬ ਗਿਆਨ ਹੋਤ ਤਬੈ ਕਛ ਧਿਆਨ ਹੋਤ, ਬ੍ਰਹਮ ਕੇ ਸਮਾਨ ਹੋਤ ਬ੍ਰਹਮ ਮੈਂ ਸਮਾਤ ਹੈ। ਬੁਰਾ ਭਲਾ ਦੋਏ ਸਮਸਰ ਸਹੀ ਹੈ। ਉਹਨਾਂ ਨੂੰ ਕੋਈ ਬੁਰਾ ਲਫ਼ਜ਼ ਬੋਲ ਜਾਵੇ, ਚੰਗਾ ਬੋਲ ਜਾਵੇ, ਉਹ ਇੱਕ ਸਮਾਨ ਰਹਿੰਦੇ ਹਨ। ਹਉਮੈ ਜਾਏ ਤਾ ਏਕੋ ਬੁਝੈ। ਗਰੀਬ ਨਵਾਜ ਕਹਿੰਦੇ ਜਿਨ੍ਹਾਂ ਜਗਿਆਸੂਆਂ ਦੀ ਹਿਰਦੇ ਦੇ ਵਿੱਚੋਂ ਹਉਮੈ ਖਤਮ ਹੋ ਜਾਂਦੀ ਹੈ, ਏਕੋ ਬੁਝੈ, ਫਿਰ ਉਹਨਾਂ ਨੂੰ ਇਹ ਸਮਝ ਆ ਜਾਂਦੀ ਹੈ ਕਿ ਕੁੱਲ ਕਾਇਨਾਤ ਦਾ ਰਹਿਬਰ ਇੱਕ ਹੈ, ਜੀਵਾਂ ਨੂੰ ਪਾਲਣ ਵਾਲਾ ਇੱਕ ਹੈ, ਜੀ ਦਾਨ ਦੇਣ ਵਾਲਾ ਇੱਕ ਹੈ। ਇਹ ਸਮਝ ਉਹਨਾਂ ਨੂੰ ਆਉਂਦੀ ਹੈ ਜਿਨ੍ਹਾਂ ਦੇ ਅੰਦਰੋਂ ਹਉਮੈ ਖਤਮ ਹੁੰਦੀ ਹੈ। ਇਹ ਤੇ ਹਉਮੈ ਦੀਰਘ ਰੋਗ ਹੈ, ਦਾਰੂ ਪੀ ਇਸ ਨਾਹੇ। ਮਹਾਰਾਜ ਕਹਿੰਦੇ ਹਉਮੈ ਦਾ ਬਹੁਤ ਵੱਡਾ ਰੋਗ ਹੈ। ਦੁਨੀਆ ਦੇ ਹਰੇਕ ਇਲਾਜ ਦੀ, ਬਿਮਾਰੀ ਦਾ ਇਲਾਜ ਹੈ, ਪਰ ਹਉਮੈ ਦਾ ਕੋਈ ਇਲਾਜ ਨਹੀਂ। ਇਸੇ ਹਉਮੈ ਕਰਕੇ ਗਰੀਬ ਨਿਵਾਜ ਕਹਿੰਦੇ ਹਉ ਵਿੱਚ ਆਇਆ, ਹਉ ਵਿੱਚ ਗਿਆ, ਹਉ ਵਿੱਚ ਜੰਮਿਆ, ਹਉ ਵਿੱਚ ਮਿਆ। ਹਉਮੈ ਦੇ ਸਹਿਜ ਸੰਸਾਰ ਤੇ ਰਿਹਾ ਤੇ ਮੌਤ ਹੋ ਗਈ, ਫਿਰ ਜਨਮ ਲੈ ਲਿਆ, ਫਿਰ ਮੌਤ ਹੋ ਗਈ। ਪਰ ਮਹਾਰਾਜ ਸਾਹਿਬ ਕਹਿੰਦੇ ਜਿਨ੍ਹਾਂ ਦੇ ਵਿੱਚੋਂ ਹਉਮੈ ਖਤਮ ਹੋ ਗਈ ਹੈ, ਸੋ ਏਕੋ ਬੁਝੈ। ਉਹ ਕਹਿੰਦੇ ਨੇ ਸਭ ਕੁਝ ਕਰਨ ਵਾਲਾ ਇੱਕ ਹੈ। ਸੋ ਗੁਰਮੁਖ ਸਹਿਜ ਸਮਾਏਦਾ। ਫਿਰ ਉਹ ਗੁਰੂ ਕਾ ਪਿਆਰਾ ਜਿਸ ਦੇ ਅੰਦਰੋਂ ਹਉਮੈ ਖਤਮ ਹੋ ਗਈ ਹੈ, ਸਹਿਜ ਸਮਾਏਦਾ, ਸੁਤੇ ਸਿੱਧ ਉਸ ਪਰਮਾਤਮਾ ਦੇ ਅੰਦਰ ਅਭੇਦ ਹੋ ਜਾਂਦਾ ਹੈ। ਹਰ ਕੇ ਭਗਤ ਸਦਾ ਸੁਖ ਵਾਸੀ। ਜਿਹੜੇ ਰੱਬ ਦੇ ਪਿਆਰੇ ਨੇ, ਬੰਦਗੀ ਕਰਨ ਵਾਲੇ ਨੇ, ਸਦਾ ਸੁਖ ਵਾਸੀ, ਉਹਨਾਂ ਨੂੰ ਹਮੇਸ਼ਾ ਸੁਖ ਦੀ ਦਾਤ ਮਿਲਦੀ ਹੈ। ਗੁਰੂ ਅਮਰਦਾਸ ਮਹਾਰਾਜ ਜੀ ਦੇ ਬਚਨ ਹਨ। ਮਹਾਰਾਜ ਦੁਨੀਆ ਤੇ ਸੁਖੀ ਕੌਣ ਹੈ? ਮਹਾਰਾਜ ਕਹਿੰਦੇ ਹਰ ਕੇ ਦਾਸ ਸੁਹੇਲੇ ਭਾਈ। ਭਾਈ ਰੱਬ ਦੇ ਪਿਆਰੇ ਇਸ ਦੁਨੀਆ ਦੇ ਅੰਦਰ ਸੁਹੇਲੇ ਸੁਖੀ ਹਨ, ਸਦਾ ਸੁਖ ਵਾਸੀ, ਉਹਨਾਂ ਨੂੰ ਸਦੀਵੀ ਸੁਖ ਮਿਲ ਜਾਂਦਾ ਹੈ। ਬਾਲ ਸੁਭਾਏ ਅਤੀਤ ਉਦਾਸੀ। ਬਾਲ ਨਾਮ ਹੈ ਬਾਲਕ ਅਵਸਥਾ ਤੋਂ ਲੈ ਕੇ ਜਿੰਨਾ ਚਿਰ ਉਹ ਸੰਸਾਰ ਦੇ ਵਿੱਚ ਰਹਿੰਦੇ ਨੇ, ਅਤੀਤ, ਉਹ ਤਿੰਨਾਂ ਗੁਣਾਂ ਤੋਂ ਰਹਿਤ ਹੋ ਜਾਂਦੇ ਨੇ। ਰਜੋ ਤਮੋ ਸਤੋ,
ਉਹਨਾਂ ਦੇ ਵਿੱਚ ਨਹੀਂ ਹੁੰਦੇ। ਆਤੀਤ ਉਹ ਸੰਸਾਰ ਤੋਂ ਤਿਆਗੀ ਹੋ ਜਾਂਦੇ ਨੇ, ਸੰਸਾਰ ਦੇ ਵਿੱਚ ਰਹਿੰਦੇ ਨੇ। ਕਿਵੇਂ ਰਹਿੰਦੇ ਨੇ? ਜੋ ਕਮਲ ਰਹਿ ਵਿੱਚ ਪਾਣੀ ਹੈ। ਜਿਵੇਂ ਪਾਣੀ ਦੇ ਵਿੱਚ ਕੌਲ ਫੁੱਲ ਹੈ, ਉਹਦੀ ਪੈਦਾਇਸ਼ ਵੀ ਪਾਣੀ ਦੇ ਵਿੱਚ ਰਹਿੰਦਾ ਹੈ, ਪਰ ਪਾਣੀ ਛੂ ਨਹੀਂ ਸਕਦਾ। ਇਸੇ ਤਰ੍ਹਾਂ ਉਹ ਗੁਰਸਿੱਖ ਮਹਾਤਮਾ ਸੰਸਾਰ ਦੇ ਵਿੱਚ ਰਹਿੰਦੇ ਤੇ ਨੇ, ਪਰ ਸੰਸਾਰ ਤੋਂ ਵੱਖਰੇ ਨੇ। ਕਿਰਤ ਕਰਦੇ ਨੇ, ਸਾਰੇ ਕਾਜ ਕਰਦੇ ਨੇ। ਬਾਲ ਸੁਭਾਏ ਰਹਿ ਅਤੀਤ, ਸਾਰੇ ਬਾਲਕ ਅਵਸਥਾ ਤੋਂ ਲੈ ਕੇ ਉਹ ਸੰਸਾਰ ਦੇ ਵਿੱਚ ਤਿਆਗੀ ਬਣ ਕੇ ਰਹਿੰਦੇ ਹਨ। ਅਨੇਕ ਰੰਗ ਕਰਹਿ ਬਹੁ ਭਾਤੀ, ਅਨੇਕਾਂ ਹੀ ਰੰਗ ਨਾਮ ਪ੍ਰੇਮ ਕਰਕੇ, ਪੰਤੀ ਨਾਮ ਹੈ ਢੰਗਾਂ ਕਰਕੇ, ਅਨੇਕਾਂ ਹੀ ਜੁਗਤੀਆਂ ਕਰਕੇ ਉਹਨਾਂ ਨੇ ਪਤੀ ਪਰਮਾਤਮਾ ਦੀ ਪ੍ਰਾਪਤੀ ਕੀਤੀ ਹੈ। ਜਿਉ ਮਾਤਾ ਜਿਉ ਪਿਤਾ ਪੂਤ ਲਾਡਾਏ ਦਾ, ਜਿਵੇਂ ਇੱਕ ਪ੍ਰਤੱਖ ਪਿਤਾ ਹੈ, ਆਪਣੇ ਬਾਲਕ ਨੂੰ ਖਿਡਾਉਂਦਾ ਹੈ, ਆਪਣੇ ਪੁੱਤਰ ਨੂੰ ਖਿਡਾਉਂਦਾ ਹੈ। ਭਗਤਾਂ ਦਾ ਪਿਤਾ ਕੌਣ ਹੈ? ਪਰਮਾਤਮਾ। ਉਹ ਤੇ ਆਖਦੇ ਨੇ ਹਰ ਜੀ ਮਾਤਾ ਹਰ ਜੀ ਪਿਤਾ। ਸਾਡਾ ਪਰਮਾਤਮਾ ਹੀ ਪਿਤਾ ਹੈ, ਉਹੀ ਸਾਡੀ ਮਾਤਾ ਨੇ। ਤੇ ਗਰੀਬ ਨਿਵਾਜ ਕਿਰਪਾ ਕਰਦੇ ਨੇ, ਜੋ ਪਿਤਾ ਪੂਤ ਲਾਡਾਏ ਦਾ। ਇਸੇ ਤਰ੍ਹਾਂ ਪਰਮਾਤਮਾ ਅਨੇਕਾਂ ਢੰਗਾਂ ਦੇ ਨਾਲ ਆਪਣੇ ਪਿਆਰਿਆਂ ਨੂੰ ਲਾਡ ਲਡਾਉਂਦਾ ਹੈ। ਅਗਮ ਅਗੋਚਰ ਕੀਮਤ ਨਹੀਂ ਪਾਈ, ਉਹ ਪਰਮਾਤਮਾ ਅਗਮ ਮਨ ਕਰਕੇ ਅਗਮ ਹੈ, ਅਗੋਚਰ ਇੰਦਰੀਆਂ ਕਰਕੇ ਅਗੋਚਰ ਹੈ। ਕੀਮਤ ਨਹੀਂ ਪਾਈ, ਉਸ ਪਰਮਾਤਮਾ ਦੀ ਕੀਮਤ ਕੋਈ ਪਾ ਨਹੀਂ ਸਕਦਾ। ਨਾ ਉਹਦੀ ਪਰਮਾਤਮਾ ਦੀ ਕੀਮਤ, ਨਾ ਉਹਦੇ ਨਾਮ ਦੀ ਕੀਮਤ। ਨਾਮੇ ਕੀ ਵਡਿਆਈ ਤਿਸ ਕੀਮਤ ਕਹਿਣ ਨਾ ਜਾਈ। ਨਾਮੀ ਦੀ ਜਿਹੜੀ ਸਿਫਤ ਹੈ, ਨਾਮੀ ਦੀ ਜਿਹੜੀ ਕੀਮਤ ਹੈ, ਉਹ ਵੀ ਕੋਈ ਨਹੀਂ ਪਾ ਸਕਦਾ। ਇਸੇ ਤਰ੍ਹਾਂ ਨਾਮੀ ਪਰਮਾਤਮਾ ਦੀ ਕੀਮਤ ਵੀ ਕੋਈ ਨਹੀਂ ਪਾ ਸਕਦਾ। ਤਾ ਮਿਲਿਐ ਜਾ ਲਏ ਮਿਲਾਈ, ਫਿਰ ਜੀਵ ਕਦੋਂ ਉਸ ਵਾਹਿਗੁਰੂ ਨੂੰ ਮਿਲਦਾ ਹੈ, ਪਰਮਾਤਮਾ ਨੂੰ ਮਿਲਦਾ ਹੈ? ਜਾਂ ਲਏ ਮਿਲਾਈ, ਜਦੋਂ ਆਪ ਕਿਰਪਾ ਕਰਕੇ ਜਗਿਆਸੂ ਨੂੰ ਆਪਣੇ ਅੰਦਰ ਅਪੇਧ ਕਰ ਲੈਂਦਾ ਹੈ, ਉਦੋਂ ਫਿਰ ਜੀਵੇ ਪਰਮਾਤਮਾ ਦੇ ਨਾਲ ਮਿਲ ਜਾਂਦਾ ਹੈ। ਫਿਰ ਐਸੀ ਅਵਸਥਾ ਬਣ ਜਾਂਦੀ ਹੈ, ਜੋ ਜਲ ਮੈਂ ਜਲ ਆਏ ਖੇਟਾਨਾ, ਤਿਉ ਜੋਤੀ ਸੰਗ ਜੋਤ ਸਮਾਨਾ। ਗੁਰਮੁਖ ਪ੍ਰਗਟ ਭਇਆ ਤਿਨ ਜਨ ਕਾ, ਜਿਹੜੇ ਰੱਬ ਦੇ ਪਿਆਰੇ ਨੇ, ਗੁਰਮੁਖ ਜਨ ਨੇ, ਉਹਨਾਂ ਦੇ ਹਿਰਦਿਆਂ ਅੰਦਰ ਪਰਮਾਤਮਾ ਸਾਖਿਆਤਕਾਰ ਹੋ ਗਿਆ ਹੈ। ਉਹਨਾਂ ਨੂੰ ਸੰਸਾਰ ਦੇ ਵਿੱਚ ਵੀ ਸਾਖਿਆਤਕਾਰ ਪਰਮਾਤਮਾ ਨਜ਼ਰ ਆਉਂਦਾ ਹੈ। ਜਿਨ ਧੁਰ ਮਸਤਕ ਲੇਖ ਲਿਖਾਏ ਦਾ, ਕਿਹਨਾਂ ਦੇ ਪ੍ਰਗਟ ਹੋਇਆ ਹੈ? ਜਿਨ੍ਹਾਂ ਦੇ ਮਸਤਕ ਦੇ ਉੱਪਰ ਪਰਮਾਤਮਾ ਨੇ ਇਹ ਲੇਖ ਪਾਏ ਨੇ ਕਿ ਸੰਸਾਰ ਤੇ ਜਾ ਕੇ ਇਹ ਜੀਵ ਪਰਮਾਤਮਾ ਦੀ ਬੰਦਗੀ ਕਰੇਗਾ। ਫਿਰ ਉਹ ਐਸੀ ਬੰਦਗੀ ਕਰਦਾ ਹੈ, ਪਰਮਾਤਮਾ ਨੂੰ ਸਾਖਿਆਤਕਾਰ ਕਰ ਲੈਂਦਾ ਹੈ। ਦੁਨੀਆ ਦੇ ਅੰਦਰ ਬੜੇ ਪੀਰ ਹੋਏ ਨੇ, ਪੈਗੰਬਰ ਹੋਏ ਨੇ, ਅਵਤਾਰ ਹੋਏ ਨੇ, ਔਲੀਏ ਹੋਏ ਨੇ, ਮਹਾਂਪੁਰਖ ਹੋਏ ਨੇ। ਉਹਨਾਂ ਦੀ ਜਿਹੜੀ ਸਾਧਨਾ ਹੈ, ਉਹ ਪਰਮਾਤਮਾ ਧੁਰਦਰਗਾਹ ਤੋਂ ਨਾਲ ਭੇਜਦਾ ਹੈ। ਫਿਰ ਇਸ ਸੰਸਾਰ ਤੇ ਆਣ ਕੇ ਹੋਰ ਸਾਧਨਾ ਕਰਦੇ ਨੇ, ਦੁਨੀਆ ਦੇ ਲੋਕਾਂ ਨੂੰ ਨਾਮ ਦੇ ਅੰਦਰ ਜੋੜਦੇ ਹਨ। ਤੂੰ ਆਪੇ ਕਰਤਾ ਕਾਰਨ ਕਰਣਾ, ਉਹਨਾਂ ਨੂੰ ਇਹ ਸੋਝੀ ਹੋ ਜਾਂਦੀ ਹੈ ਕਿ ਪਰਮਾਤਮਾ ਤੂੰ ਕਰਤਾ ਹੈ। ਕਰਤੇ ਤੋਂ ਭਾਵ ਸੰਸਾਰ ਨੂੰ ਕਰਨ ਵਾਲਾ ਹੈ, ਸੰਸਾਰ ਦੇ ਜੀਵਾਂ ਨੂੰ ਕਰਨ ਵਾਲਾ ਹੈ। ਕਾਰਨ ਕਰਨਾ, ਤਮਾਮ ਕੰਮਾਂ ਨੂੰ ਤੂੰ ਹੀ ਕਰਨ ਵਾਲਾ ਹੈ। ਸ੍ਰੇਸ਼ਟ ਉਪਾਏ ਧਰੀ ਸਭ ਧਰਣਾ, ਫਿਰ ਜਿੰਨੀ ਵੀ ਸ੍ਰਿਸ਼ਟੀ ਹੈ, ਧਰਨਾ ਨਾਮ ਹੈ ਧਰਤੀ ਦਾ, ਧਰੀ ਨਾਮ, ਇਹ ਸਾਰੀ ਸ੍ਰਿਸ਼ਟੀ ਆਪ ਜੀ ਨੇ ਪੈਦਾ ਕੀਤੀ ਹੈ। ਜਨ ਨਾਨਕ ਸਰਣ ਪਿਆ ਹਰ ਦੁਆਰ, ਗਰੀਬ ਨਿਵਾਜ ਕਿਰਪਾ ਕਰਦੇ ਨੇ ਕਿ ਜਿਹੜੇ ਜੀਵ ਉਸ ਮਾਲਕ ਦੇ ਦਰ ਤੇ ਆਣ ਕੇ ਮਾਲਕ ਦੇ ਚਰਨਾਂ ਦੀ ਸ਼ਰਨ ਵਿੱਚ ਪੈਂਦੇ ਹਨ। ਹਰ ਭਾਵ ਲਾਜ ਰਖਾਏ ਦਾ, ਜਿਹੜੇ ਜੀਵ ਉਸ ਮਾਲਕ ਨੂੰ ਚੰਗੇ ਲੱਗਦੇ ਨੇ, ਪਾ ਜਾਂਦੇ ਨੇ ਲਾਜ ਰਖਾਏ ਦਾ, ਉਹਨਾਂ ਦੀ ਫਿਰ ਜਿਹੜੀ ਪਤ ਆਬਰੋ ਹੈ ਆਪ ਰੱਖਦਾ ਹੈ।
ਰੱਖਦਾ ਕਿੰਨਾ ਦੀ ਹੈ, ਜਿਨ੍ਹਾਂ ਦੀ ਇਹ ਅਵਸਥਾ ਬਣ ਜਾਂਦੀ ਹੈ। ਸਗਲ ਦਵਾਰ ਕੋ ਛੱਡ ਕੇ ਗਹਿਓ ਤੁਹਾਰੋ ਦਵਾਰ, ਬਾਹੇ ਗਹੇ ਕੀ ਲਾਜ ਯਸ ਗੋਬਿੰਦ ਦਾਸ ਤੁਹਾਰ। ਜਿਨ੍ਹਾਂ ਦੀ ਅਵਸਥਾ ਬਣਦੀ ਹੈ, ਉਹ ਅਵਸਥਾ ਬਣੀ ਬਾਬਾ ਕਬੀਰ ਸਾਹਿਬ ਦੀ। ਕਬੀਰ ਮੋਹਿ ਮਰਨੇ ਕਾ ਚਾਉ ਹੈ। ਬਾਬਾ ਕਬੀਰ ਸਾਹਿਬ ਕਹਿੰਦੇ ਮੈਨੂੰ ਮਰਨ ਦਾ ਬੜਾ ਚਾਅ ਹੈ। ਬਾਬਾ ਜੀ ਕਿੱਥੇ ਮਰਨਾ ਪਸੰਦ ਕਰਦੇ ਹੋ? ਕਬੀਰ ਮੋਹਿ ਮਰਨੇ ਕਾ ਚਾਉ ਹੈ, ਮਰੋ ਤਾਂ ਹਰ ਕੈ ਦਵਾਰ, ਮਤ ਹਰ ਪੁੱਛੈ ਕੌਣ ਹੈ, ਪਰਾ ਹਮਾਰੇ ਬਾਹਰ। ਜਿਨ੍ਹਾਂ ਦੀ ਐਸੀ ਅਵਸਥਾ ਬਣ ਜਾਂਦੀ ਹੈ, ਜਿਹੜੇ ਆਖਦੇ ਨੇ ਸਰਮ ਪਈ ਨਾਰਾਇਣੈ, ਨਾਨਕ ਦਰ ਪਈਆ ਹੋ। ਕਿ ਪ੍ਰਮਾਤਮਾ ਮੈਂ ਤੇਰੇ ਚਰਨਾਂ ਦੀ ਸ਼ਰਨ ਵਿੱਚ ਆ ਗਿਆ ਹਾਂ, ਚਾਹੇ ਮੈਂ ਚੰਗਾ ਹਾਂ ਚਾਹੇ ਮੈਂ ਮਾੜਾ ਹਾਂ। ਹੁਣ ਮੇਰੀ ਲੱਜਾ ਮੇਰੀ ਪੈਜ ਆਪ ਜੀ ਦੇ ਪਾਸ ਹੈ। ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀਆਂ ਦੇ ਚਰਨਾਂ ਦੀ ਸ਼ਰਨ ਵਿੱਚ ਇੱਕ ਮੁਸਲਮਾਨ ਫਕੀਰ ਰਹਿੰਦਾ ਹੈ। ਆਪਣੀ ਜ਼ੀਬਾ ਦੇ ਨਾਲ ਬੋਲਦਾ ਹੈ, ਜਾਨੀ ਕੋ ਜਾਨੀ ਮਿਲਾ ਦੇ। ਗਰੀਬ ਨਵਾਜ਼ ਜੀ ਨੇ ਐਸੀ ਕਿਰਪਾ ਕੀਤੀ ਕਿ ਉਸ ਨੂੰ ਅੱਲਾ ਦੇ ਨਾਲ ਮੇਲ ਦਿੱਤਾ। ਇਹ ਕਿਰਪਾ ਕਿੱਥੋਂ ਹੋਈ? ਜਿਹੜੇ ਜੀਵ ਮਾਲਕ ਦੇ ਚਰਨਾਂ ਦੀ ਸ਼ਰਨ ਵਿੱਚ ਆਉਂਦੇ ਨੇ। ਹਰ ਭਾਵੈ ਲਾਜ ਰਖਾਏ ਦਾ, ਲਾਜ ਤੋਂ ਭਾਵ ਹੈ ਇੱਜ਼ਤ ਪਤ ਆਬਰੋ। ਆਪਣੇ ਪਿਆਰਿਆਂ ਦੀ ਇੱਜ਼ਤ ਨੂੰ, ਆਪਣੀ ਪਿਆਰਿਆਂ ਦੀ ਪੈਜ ਨੂੰ ਮਾਲਕ ਜੀ ਆਪ ਰੱਖਦੇ ਹਨ। ਸਤਿਗੁਰੂ ਗਰੀਬ ਨਿਵਾਜ ਕਿਰਪਾ ਕਰਨ। ਇਹ ਜਿਹੜੀ ਕਥਾ ਹੈ, ਜੋ ਮਹਾਂਪੁਰਖਾਂ ਦੇ ਸਥਾਨ ਤੇ ਲੜੀਵਾਰ ਕਥਾ ਹੁੰਦੀ ਹੈ, ਹਿੰਮਤ ਲਾਈਵ ਟੀਵੀ ਰਾਹੀਂ ਲਾਈਵ ਕੀਤੀ ਜਾਂਦੀ ਹੈ। ਸੋ ਇਹਨਾਂ ਵੀਰਾਂ ਦਾ ਵੀ ਦਾਸ ਵੱਲੋਂ, ਸਮੁੱਚੀਆਂ ਸੰਗਤਾਂ ਦੇ ਵੱਲੋਂ ਧੰਨਵਾਦ। ਸਤਿਗੁਰੂ ਗਰੀਬ ਨਿਵਾਜ ਕਿਰਪਾ ਕਰਨ। ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਅੱਗੇ ਤੋਂ ਸਮਤ ਬਖਸ਼ਣੀ ਜੀ। ਤੂੰ ਆਪੇ ਕਰਤਾ ਕਾਰਨ ਕਰਣਾ, ਸ੍ਰੇਸ਼ਟ ਉਪਾਏ ਧਰੀ ਸਭ ਧਰਣਾ। ਜਨ ਨਾਨਕ ਸਰਣ ਪਿਆ ਹਰ ਦੁਆਰ, ਹਰ ਭਾਵ ਲਾਜ ਰਖਾਏ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।